यीशु बुला रहा, तेरा नाम ले लेकर तुझे यीशु बुला रहा, यीशु बुला रहा, यीशु बुला रहा, तेरा नाम ले लेकर तुझे यीशु बुला रहा, तेरा नाम ले लेकर तुझे यीशु बुला रहा। क्या पाएगा तू जीत कर इस दुनिया को, क्या पाएगा तू जीत कर इस दुनिया को, क्या लाभ होगा खोकर इस आत्मा को, क्या लाभ होगा खोकर इस आत्मा को। तू आजा यीशु के पास, तुझे यीशु बुला रहा, तू आजा यीशु के पास, तुझे यीशु बुला रहा, यीशु बुला रहा, यीशु बुला रहा, तेरा नाम ले लेकर तुझे यीशु बुला रहा, तेरा नाम ले लेकर तुझे यीशु बुला रहा। प्रभु कहता है, मैं अपने दिल दी इच्छा अनुसार तुहाड़े ਲਈ ਅਯਾਲੀ ਨਿਯੁਕਤ ਕਰਾਂਗਾ, ਉਹ ਸਿਆਣਪ ਅਤੇ ਦਨਾਈ ਨਾਲ ਤੁਹਾਡੀ ਅਗਵਾਈ ਕਰਨਗੇ। बाप ਅਤੇ बेटे ਅਤੇ रूपाक ਦੇ ਨਾਮ ਉਤੇ आमीन। ਸਾਡੇ ਪ੍ਰਭੂ ਯੀਸ਼ੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੇ ਰੂਹ ਨਾਲ ਵੀ ਹੋਵੇ। पाक तसी खुदा में मेरे प्यारे प्राव ਅਤੇ ਭੈਣੋ, आज पाक मां कैथलिक कलीसिया रोजिया के चौथे हफ्ते के शनिवार विच असी संत पुरोहित विंसेंट फेरर ਨੂੰ याद करते हैं ਅਤੇ ਉਹਨਾਂ ਦੇ ਨਾਲ मिलकर आओ असी इस पाक यूकरिस्ट में भाग लेंदे हैं। आओ असी हम अपने हाथों को जोड़कर अखां को बंद करके खुदा के सामने हम अपने आप को समर्पित करें, अपने जीवन को समर्पित करें, अपने बुलावे को समर्पित करें। खुदाई प्यार भरे बुलावे को हम महसूस करें। अपने घर परिवार के लोगों के लिए, जमात के लोगों के लिए हम खुदा के सामने समर्पित करें, प्रार्थना करें, दुआ करें। हमारे घरों परिवारों में अगर कोई बीमार है या खुदा से दूर है, उनको हम खुदा के सामने समर्पित करें। कलीसिया के नवनीकरण और दुनिया की शांति के लिए भी आवश्यक हम प्रार्थना करें, दुआ करें। ਭਰਾਵੋ ਅਤੇ ਭੈਣੋ, ਇਹਨਾਂ ਪਵਿੱਤਰ ਭੇਦਾਂ ਨੂੰ ਯੋਗ ਢੰਗ ਨਾਲ ਮਨਾਉਣ ਲਈ आओ ਅਸੀਂ अपने गुनाहों ਨੂੰ कबूल करिए। इस समय हम अपने गुनाहों के प्रति खुदा से माफी मांगे।
ਮੈਂ ਇਕਬਾਲ ਕਰਦਾ ਹਾਂ ਪੂਰੀ ਪੂਰੀ ਕੁਦਰਤ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਇਹ ਭਰਾਓ ਅਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਨਾਲ, ਆਪਣੇ ਹੀ ਦੋਸ਼ ਨਾਲ, ਆਪਣੇ ਹੀ ਬਹੁਤ ਵੱਡੇ ਦੋਸ਼ ਨਾਲ। ਇਸ ਲਈ ਤਨ ਸਦਾ ਕੁਆਰੀ ਮਰੀਅਮ, ਸਾਰੇ ਫਰਿਸ਼ਤਿਆਂ ਤੇ ਸੰਤਾਂ ਅਤੇ ਤੁਹਾਡੇ ਅੱਗੇ ਇਹ ਭਰਾਓ ਅਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਏ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਏ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਏ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਏ ਖੁਦਾ, ਤੂੰ ਆਪਣੇ ਇਮਾਨਦਾਰਾਂ ਦਾ ਚਾਨਣ ਅਤੇ ਅਯਾਲੀ ਹੈ। ਤੂੰ ਸੰਤ ਪੁਰੋਹਿਤ ਵਿੰਸਨ ਫੈਰਰ ਨੂੰ ਬੁਲਾਇਆ ਕਿ ਉਹ ਮਸੀਹੀ ਕੌਮ ਨੂੰ ਵਚਨ ਨਾਲ ਸਿੱਖਿਆ ਦੇਵੇ ਅਤੇ ਜੀਵਨ ਦੀ ਗਵਾਹੀ ਨਾਲ ਈਮਾਨ ਨੂੰ ਮਜ਼ਬੂਤ ਬਣਾਵੇ। ਉਸ ਦੀ ਸਿਫਾਰਿਸ਼ ਰਾਹੀਂ ਬਖਸ਼ ਦੇ ਕਿ ਅਸੀਂ ਉਸ ਈਮਾਨ ਦੀ ਰਾਖੀ ਕਰੀਏ ਜੋ ਉਸ ਨੇ ਸਾਨੂੰ ਸਿਖਾਇਆ ਹੈ ਅਤੇ ਉਸ ਰਾਹ ਦੀ ਪੈਰਵੀ ਕਰੀਏ ਜੋ ਉਸ ਨੇ ਆਪਣੇ ਨਮੂਨੇ ਨਾਲ ਸਾਨੂੰ ਵਿਖਾਇਆ ਹੈ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜੀਵੰਦਾ ਅਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਪਾਠ ਪਹਿਲਾ ਯਰਮੀਆ ਨਬੀ ਦਾ ਗ੍ਰੰਥ, ਉਹਦਾ 11 ਬਾਬ 18 ਤੋਂ 20 ਐਤ ਤੱਕ। ਪ੍ਰਭੂ ਨੇ ਮੇਰੇ ਉੱਤੇ ਵੈਰੀਆਂ ਦੀ ਉਸ ਬੇਅੰਤ ਨੂੰ ਪ੍ਰਗਟ ਕੀਤਾ ਜੋ ਉਹ ਮੇਰੀ ਜਾਨ ਦੇ ਲਈ ਬਣਾ ਰਹੇ ਸਨ। ਮੈਂ ਇੱਕ ਮਾਸੂਮ ਭਰੋਸੇਯੋਗ ਲੇਲੇ ਵਾਂਗ ਸਾਂ ਜਿਸ ਨੂੰ ਕਤਲ ਹੋਣ ਦੇ ਲਈ ਲਿਜਾਇਆ ਗਿਆ ਹੋਵੇ, ਪਰ ਮੈਂ ਨਹੀਂ ਜਾਣਦਾ ਸਾਂ ਕਿ ਇਹ ਸਭ ਬੁਰਾਈਆਂ ਉਹ ਮੇਰੇ ਵਿਰੁੱਧ ਹੀ ਤਿਆਰ ਕਰ ਰਹੇ ਸਨ। ਉਹ ਕਹਿ ਰਹੇ ਸਨ, ਆਓ ਇਸ ਰੁੱਖ ਨੂੰ ਵੱਢ ਸੁੱਟੀਏ, ਜਦੋਂ ਕਿ ਇਹ ਅਜੇ ਸਿਹਤਮੰਦ ਹੀ ਹੈ। ਆਓ ਅਸੀਂ ਇਸ ਨੂੰ ਕਤਲ ਕਰ ਦਈਏ ਕਿ ਇਸ ਨੂੰ ਅੱਗੇ ਤੋਂ ਕੋਈ ਯਾਦ ਨਾ ਕਰੇ। ਤਦ ਮੈਂ ਪ੍ਰਾਰਥਨਾ ਕੀਤੀ, ਸਰਵ ਸ਼ਕਤੀਮਾਨ ਪ੍ਰਭੂ, ਤੂੰ ਜੱਜ ਹੈ, ਤੂੰ ਹੀ ਇਹਨਾਂ ਲੋਕਾਂ ਦੇ ਵਿਚਾਰਾਂ ਨੂੰ ਪਰਖ ਰਿਹਾ ਹੈ। ਮੈਂ ਆਪਣਾ ਮਾਮਲਾ ਤੇਰੇ ਹੱਥੀਂ ਸੌਂਪ ਦਿੱਤਾ ਹੈ, ਇਸ ਲਈ ਤੂੰ ਇਹਨਾਂ ਲੋਕਾਂ ਤੋਂ ਬਦਲਾ ਲੈ ਅਤੇ ਮੈਂ ਇਹ ਦੇਖਾਂਗਾ। ਇਹ ਪ੍ਰਭੂ ਦੀ ਪਾਕ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। रब ऐ साडा साडे उते अपना रहम वधावे। ਰੱਬ ਆ ਸਾਡਾ ਸਾਡੇ ਉਤੇ ਆਪਣਾ ਰਹਿਮ ਵਿਖਾਵੇ। बरकत देवे चेहरा अपना साडे ते चमकावे। ਬਰਕਤ ਦੇਵੇ ਚਿਹਰਾ ਆਪਣਾ ਸਾਡੇ ਤੇ ਚਮਕਾਵੇ।
या रब जाता जावे। तेरा राइस धरतियों ते या रब जाता जावे। सब कौमां विच तेरी मुक्ति साफ पछाणी जावे। रब साडा साडे उते अपना रहम विखावे। बरकत देवे चेहरा अपना साडे ते चमकावे। बरकत देवे चेहरा अपना साडे ते चमकावे। स्वर्गां दी चाबी है तेरी अंजीर। स्वर्गां दी चाबी है तेरी अंजीर। तेरी अंजील यसू तेरी अंजीर। तेरी अंजील यसू तेरी अंजीर। स्वर्गां दी चाबी है तेरी अंजीर। स्वर्गां दी चाबी है तेरी अंजीर। तेरी अंजील यसू तेरी अंजील। तेरी अंजील यसू तेरी अंजील। प्रभु तुहाड़े नाल होवे ਅਤੇ ਤੁਹਾਡੇ रूह नाल भी होवे। पाठ पवित्र अंजील दा संत यूहन्ना दे अनुसार। तेरी वडियाई होवे ऐ प्रभु। सतबाप 40 ਤੋਂ 53 ਐਤ। ਲੋਕਾਂ ਵਿੱਚ ਮਤਭੇਦ। ਇਹਨਾਂ ਗੱਲਾਂ ਸੁਣ ਕੇ ਜਨਤਾ ਵਿੱਚੋਂ ਕੁਝ ਲੋਕਾਂ ਨੇ ਕਿਹਾ ਇਹ ਸੱਚਮੁੱਚ ਉਹੀ ਨਬੀ ਹੈ। ਕੁਝ ਹੋਰਨਾਂ ਨੇ ਕਿਹਾ ਇਹ ਮਸੀਹ ਹੈ। ਪਰ ਕੁਝ ਲੋਕਾਂ ਨੇ ਕਿਹਾ ਕਿ ਮਸੀਹ ਗਲੀਲ ਵਿੱਚੋਂ ਆਉਣਾ ਹੈ। ਕਿ ਪਵਿੱਤਰ ਲਿਖਤਾ ਇਹ ਨਹੀਂ ਕਹਿੰਦਿਆ ਕਿ ਮਸੀਹ ਦਾਊਦ ਦੇ ਘਰਾਣੇ ਵਿੱਚੋਂ ਹੈ ਅਤੇ ਬੈਤਲਹਿਮ ਵਿੱਚੋਂ ਆਉਂਦਾ ਹੈ ਜੋ ਦਾਊਦ ਦਾ ਨਗਰ ਹੈ। ਇਸ ਤਰ੍ਹਾਂ ਉਸ ਦੇ ਬਾਰੇ ਲੋਕਾਂ ਵਿੱਚ ਮਤਭੇਦ ਹੋ ਗਿਆ। ਉਹਨਾਂ ਵਿੱਚੋਂ ਕੁਝ ਉਸ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਸਨ ਪਰ ਕਿਸੇ ਨੇ ਵੀ ਉਸ ਨੂੰ ਹੱਥ ਨਾ ਪਾਇਆ। ਇਸ ਲਈ ਪਹਿਰੇਦਾਰ ਮੁੱਖ ਕਾਹਿਨਾਂ ਅਤੇ ਫਰਿਸ਼ਤਿਆਂ ਕੋਲ ਮੁੜ ਗਏ ਜਿਨ੍ਹਾਂ ਨੇ ਉਹਨਾਂ ਨੂੰ ਕਿਹਾ ਤੁਸੀਂ ਉਸ ਨੂੰ ਫੜ ਕੇ ਕਿਉਂ ਨਹੀਂ ਲਿਆਏ। ਪਹਿਰੇਦਾਰਾਂ ਨੇ ਉੱਤਰ ਦਿੱਤਾ ਇਸ ਮਨੁੱਖ ਦੀ ਤਰ੍ਹਾਂ ਕਦੀ ਕੋਈ ਮਨੁੱਖ ਨਹੀਂ ਬੋਲਿਆ। ਫਰੀਸੀਆਂ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਤੁਸੀਂ ਵੀ ਗੁੰਮਰਾਹ ਹੋ ਗਏ ਹੋ ਕਿ ਨੇਤਾਵਾਂ ਵਿੱਚੋਂ ਜਾਂ ਫਰਿਸ਼ਤਿਆਂ ਵਿੱਚੋਂ ਕਿਸੇ ਨੇ ਉਸ ਉਤੇ ਵਿਸ਼ਵਾਸ ਨਹੀਂ ਕੀਤਾ ਹੈ। ਪਰ ਇਹ ਭੀੜ ਜੋ ਵਿਧਾਨ ਨੂੰ ਨਹੀਂ ਜਾਣਦੀ ਸਰਾਪੀ ਹੈ। ਨਿਕੋਦੇਮਸ ਨੇ ਜੋ ਉਹਨਾਂ ਵਿੱਚੋਂ ਇੱਕ ਸੀ ਅਤੇ ਪਹਿਲਾਂ ਯਿਸੂ ਕੋਲ ਗਿਆ ਹੋਇਆ ਸੀ ਉਹਨਾਂ ਨੂੰ ਕਿਹਾ ਕਿ ਸਾਡਾ ਵਿਧਾਨ ਕਿਸੇ ਨੂੰ ਉਹਦੇ ਤੱਕ ਦੋਸ਼ੀ ਠਹਿਰਾਉਂਦਾ ਹੈ ਜਦੋਂ ਤੱਕ ਕਿ ਉਸ ਆਦਮੀ ਦੀ ਸੁਣਵਾਈ ਨਹੀਂ ਹੁੰਦੀ ਅਤੇ ਇਹ ਪਤਾ ਨਹੀਂ ਲੱਗਦਾ ਕਿ ਉਸਨੇ ਕੀ ਕੀਤਾ ਹੈ। ਉਹਨਾਂ ਨੇ ਉੱਤਰ ਦਿੱਤਾ ਕਿਤੇ ਤੂੰ ਵੀ ਤਾਂ ਗਲੀਲ ਤੋਂ ਨਹੀਂ। ਪੜਤਾਲ ਕਰ ਅਤੇ ਤੂੰ ਵੇਖੇਗਾ ਕਿ ਗਲੀਲ ਤੋਂ ਕੋਈ ਨਬੀ ਪੈਦਾ ਨਹੀਂ ਹੋਣਾ। ਇਸ ਦੇ ਬਾਅਦ ਉਹ ਆਪੋ ਆਪਣੇ ਘਰ ਨੂੰ ਚਲੇ ਗਏ ਪਰ ਯਿਸੂ ਜੈਤੂਨ ਦੇ ਪਹਾੜ ਨੂੰ ਚਲਾ ਗਿਆ। ਇਹ ਖੁਦਾ ਦੀ ਪਵਿੱਤਰ ਅੰਜੀਲ ਹੈ। तेरी महिमा होवे ऐ मसीहा। पाक तस्वीर खुदा में मेरे प्यारे भराओ अते भैनों, आज पाक मां कैथलिक कलीसिया रोज़िया के समय के
चौथे हफ्ते के शनिवार विच असी संत पुरोहित संत विंसेंट फेरर ਨੂੰ याद करते हैं ਅਤੇ ਉਹਨਾਂ ਦੇ ਨਾਲ मिलकर आज की इस पाक युगस में भाग लेंदे हैं। संत पुरोहित विंसेंट फेरर 23 जनवरी सन 1350 विच स्पेन के वेलेंसिया नामक नगर विच उनका जन्म होया सी। संत पुरोहित विंसेंट फेरर वेलेसियन डोमिनिकन जमात में वो पादरी बना सी। इन्हां दे समय में ये एक वड्डे प्रचारक के रूप में ये जाना जाता है और ये जब भी प्रचार करते हैं हैकल विच जगह ना होने के कारण खुले आसमान के नीचे कई हजार लोग उनके जरिए खुदा का वचन सुनने, सुसमाचार के जरिए खुदा को स्वीकार करने, खुदा को महसूस करने के लिए वो आंदे हन अते खुदा का प्यार और खुदा की क्षमा को वो महसूस करते हैं। 20 साल तक उन्होंने स्पेन, फ्रांस, आयरलैंड, बेल्जियम, जर्मनी, स्कॉटलैंड और इटली में खुदा का सुसमाचार सुनाया और खुदा के पवित्र संस्कारों के जरिए लोगों को खुदा के प्यार, कृपा, प्रकाश और जीवन को महसूस कराया। संत पुरोहित विंसेंट फेरर के शक्तिशाली प्रचार और सुसमाचार फैलना, खुदाई सेवा कई कैथोलिक विश्वासियों को उनके विश्वास में एक नवनीकरण उन्होंने महसूस किया और खुदा को स्वीकार करके, खुदा को पवित्र संस्कारों के जरिए महसूस करके उन सब ने अपना जीवन खुदाई बेटे बेटी बनकर एक नई सृष्टि बनकर उन्होंने उन सब ने अपना जीवन बिताया। संत फादर विंसेंट फेरर के जरिए हमें यही सीख मिलती है कि खुदा के प्यार भरे बुलावे के अनुसार हम अपना जीवन बिताएं, खुदा को स्वीकार करें, खुदा को महसूस करें और दूसरे लोगों को भी खुदाई सुसमाचार सुनवाएं ताकि हर कोई खुदा के प्यार को, खुदा की चंगाई को, खुदा की कृपा को, खुदा के प्रकाश को, खुदा के जीवन को महसूस कर सकें, शैतानी ताकतों से छुटकारा पा सकें और खुदाई जीवन इस संसार में और अनंत जीवन में प्रवेश कर सकें। आज का पहला पाठ जो है यिर्मयाह नबी दी पोथी 11 बाब 18 तो 20 ऐत का है, जिसमें हम देखते हैं यहाँ पर लिखा गया है, प्रभु ने मेरे उते मेरे वैरिया दी उस विआउंदा नू प्रगट किया जो मेरी जान दे लई बना रहे सन। मैं एक मासूम भरोसे योग ले वांग सा जिसनू कतल होने दे लई ले जाया गए होवे, पर मैं नहीं जानता सा कि ये सब बुराइयां विच वो मेरे विरुद्ध भी तैयार कर रहे सन। वो कह रहे सन, आओ इस रोग नू वड सुटिए जदों कि ये अजे सेहतमंद ही है। आओ असी इसनू कतल कर देइए कि इसनू अगे ते कोई याद ना करे। आगे लिखा गया है, तद मैं प्रार्थना की थी, सर्वशक्तिमान प्रभु तू जज है, तू ही इन्हां लोकां दे विचारां नू परख रिहा है। मैं अपना मामला तेरे हत्थी सौंप दिता है, इसलिए तू इन्हां लोकां तो बदला ले अते सो ए देखांगा। खुदा के सामने जो है एक इंसान जो कुछ नहीं जानता सी, उनको जो है हमेशा के लिए इस संसार से भेजने की तैयारी हो रही है और वो इंसान ये जानता नहीं है कि इनके पीछे जो है षड्यंत्र रचा गया है। ये इंसान जो है खुदा में पवित्र और हरीम होकर उसने अपना जीवन बिताया और ये जो धोखा जो अपने ही लोगों के जरिए
अपने ही लोगों के बीच में रहकर उसे महसूस करना पड़ रहा है। खुदा के सामने ये अपने जान की विनती के साथ साथ इनके लिए भी वो कहता है कि खुदा मैं इन लोगों को आपके सामने सौंपता हूं। ये खुदा का प्यार है कि संसार में काफी अच्छे लोग रहते हैं, बुरे लोगों से कई गुना ज्यादा अच्छे लोग इस संसार में हैं, जो किसी के जाने बिना ही संत संतनियों का जीवन बिता रहे हैं। पवित्र कैथोलिक कलीसिया में भी कई संत संतनियां हैं जिनको सारी दुनिया जानती है, सारी कलीसिया जानती है, लेकिन कई ऐसे संत संतनियां भी हैं जिनको अभी तक कलीसिया ने या फिर दुनिया ने नहीं पहचाना है। तो हमारे प्रार्थनाएं, दुआएं, मेहनत और सपने जो हैं अगर खुदा की हित के अनुसार है तो खुदा हमें जरूर जानता है। चाहे कोई जाने या ना जाने, हमें दुख, निराशा, व्याकुलता, अकेलापन, डर की जरूरत नहीं। प्रलोभन, पाप में पड़कर हमें अपने जीवन को खत्म करने की जरूरत नहीं। नशे, शराब, गलत संबंध में रहकर हमें अपना जीवन खत्म करने की जरूरत नहीं। घमंड, अहंकार, झूठ, फरेब, चोरी में रहकर हमें अपना जीवन खत्म करने की जरूरत नहीं, क्योंकि खुदा ने जो आज़ादी दी है वो जीवन, भरपूर जीवन है, और इस संसार में ना सही तो अनंत जीवन में हम सब प्रवेश करने के लिए बुलाए गए हैं। तो आज के इस पहले पाठ से हमें यही सीख मिलती है कि खुदा प्यार है, वो हमारे साथ है, चाहे हमारे साथ कुछ भी क्यों ना हो जाए। जबूर दी पोथी 100 की बाब 1 और 2 ऐत, पर्वतों की ओर मैंने अपनी आंखें उठाई, मुझे सहायता कहां से मिलेगी? मुझे सहायता आकाश और पृथ्वी के सृष्टिकर्ता से मिलेगी। पर्वतों की ओर मैंने अपनी आंखें उठाई, मुझे सहायता कहां से मिलेगी? मुझे सहायता आकाश और पृथ्वी के सृष्टिकर्ता से मिलेगी। आज के अंजील में असी वेखते हैं कि किस प्रकार खुदा के वचन के जरिए हम खुदा को महसूस कर सकते हैं। यहाँ पर लिखा गया है कि खुदावंद यीशु मसीह का सुसमाचार सुनकर कुछ लोग उन्हें नबी कहते हैं, कुछ लोग उन्हें मसीह कहते हैं, और उनके बीच में जो है थोड़ा सा तनाव पैदा होता है। दो गुट में वो लोग बट जाते हैं और किसी ना किसी तरह से खुदावंद यीशु मसीह को आगे ना बढ़ने के लिए षड्यंत्र रचते हैं। पुराने विधान में भी हम देखते हैं कि इंसान के बारे में, और उस इंसान की पूर्णता जो है खुदापुत्र यीशु मसीह में है। तो कहीं ना कहीं खुदापुत्र यीशु मसीह जो है अपने जीवन में पुराने विधान में जैसा कि दसिया गया वो उन्होंने महसूस किया है कि इतना कुछ खुदाई प्यार इनको देने के बावजूद भी वो मेरे खिलाफ हो गए हैं। और आज की इस अंजील में हम देखते हैं कि निकोदेमुस जो कि खुदावंद यीशु मसीह को पहचान चुका था, वो इन लोगों से कहते हैं, फरीसियों से और जो धर्मी हैं उनसे कहते हैं कि क्या किसी के बारे में पूरी तरह से छानबीन करने के बिना क्या हम किसी को दंड दे सकते हैं? पहले हमें सुनवाई करनी है, उसकी तरफ से कोई गलती है कि नहीं ये हमें पहचानना है, उसके बाद ही हम किसी को दंड दे सकते हैं। लेकिन ये जो लोग जो थे, ये खुदावंद यीशु मसीह को खत्म करने के लिए ही इन्होंने जो है षड्यंत्र रचा था, और वो निकोदेमुस को भी ठुकरा देते हैं। निकोदेमुस जो नबी की तरह, फरिश्ते के तरह इनके बीच में रहता था, उसके जरिए जो खुदाई प्यार और प्यार भरी चेतावनी को ये नकार देते हैं। हम भी अपने जीवन में कई बार, हमारे जीवन में कई लोग फरिश्ते की तरह आते हैं, खुदापुत्र यीशु मसीह के रूप में आते हैं, और हम उन्हें पहचान नहीं पाते, खुदा बाप के प्यार को पहचान नहीं पाते, और हम अपने तरीके से जीवन जीते हैं और गलत फैसले में पड़कर अपने आप को, अपने परिवार को, सारी कलीसिया को, सारी दुनिया को हम दुख पहुंचाते हैं। खुदा अपने संदेशों को हमें हमारे मन में, आत्मा में देते हैं, लेकिन अगर हमने उनको ठुकराया है तो हम खुदा से माफी मांगे। हम खुदा बाप के प्यार को, जो खुदावंद यीशु मसीह इंसान बनकर पवित्र आत्मा की शक्ति से संसार में आए हैं, पवित्र संस्कारों के जरिए हमेशा स्वीकार करते रहे, महसूस करते रहे। कभी भी पवित्र संस्कारों को ना ठुकराएं, क्योंकि खुदा पवित्र संस्कारों में पूरी तरह से मौजूद है।
और वचन के जरिए, पाक खिदमत के जरिए, और पाक खिदमत के जरिए जो पवित्र संस्कार, खुदा के पवित्र संस्कार जो हम स्वीकार करते हैं, खुदा को हम स्वीकार करते हैं, महसूस करते हैं, और हर क्षण इसी विश्वास के साथ हम अपना जीवन बिताते हैं। इसीलिए पुराने विधान में हम देखते हैं कि वहाँ पर नबी से खुदा कहते हैं कि तुम्हारे सामने जो है परोसा गया है वो सोते तुम खाओ, क्योंकि तुम्हें काफ़ी और यात्रा करनी है, तुम थक ना जाओ, इसलिए तुम अपने आप को तैयार करो। हमें भी अपने आप को खुदाई भोजन को स्वीकार करके हमें अपने आप को तैयार करना है, क्योंकि हमारी यात्रा जो है काफ़ी लंबी है, और खुदा के प्यार भरे योजना के अनुसार हमें अपना जीवन इस संसार में बिता के अनंत जीवन में प्रवेश करना है, ताकि खुदा की महिमा स्तुति आराधना इस संसार में और अनंत जीवन में पवित्र कैथोलिक कलीसिया में रहकर हम बिता सकें। इसी विश्वास के साथ खुदा की आराधना, महिमा स्तुति हमेशा करते रहें। बाप अते बेटे अते रूपाक दे नाम उते आमीन। आमीन। तेनू चढ़ावा हे प्रभु जी, सेवा विच तेरी तेनू चढ़ावा साढ़े लिए जीवन दी रोटी बनी। हे प्रभु जी, सेवा विच तेरी मैं हाजिर हाँ। तेनू चढ़ावा हे प्रभु जी, सेवा विच तेरी हाज़र हाँ। तेनू चढ़ावा हे प्रभु जी, सेवा विच तेरी मैं हाजिर हाँ। बारह के वो सारी सृष्टि खुदा की जो तेरी कृपा नाल एंगोर मेरा सन मिली प्रसिद्ध ने चढ़ाव दे एंगोरी उल्दा सन दा फल साडे ਲਈ रूहानी प्याला बन जावे। पापा परया जीवन मेरा, चरना च तेरे ले आया हाँ। पापा परया जीवन मेरा, चरना च तेरे ले आया। मैनू बना दे ज्योति तेरी, मैनू बना दे ज्योति तेरी, मैनू बना दे प्यार तेरा। तेनू चढ़ावा हे प्रभु जी, सेवा विच तेरी हाज़र हाँ। तेनू चढ़ावा हे प्रभु जी, सेवा विच तेरी मैं हाजिर हाँ। ਭਰਾਓ ਅਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਤੇ ਵਡਿਆਈ ਲਈ, ਨਾਲੇ ਸਾਡੇ ਅਤੇ ਸਾਰੇ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਇਹ ਪ੍ਰਭੂ ਸੰਤ ਪੁਰੋਹਿਤ ਵਿੰਸਨ ਫੈਰਰ ਦੀ ਈਦ ਦੇ ਮੌਕੇ ਤੇ ਇਹਨਾਂ ਨਜ਼ਰਾਨਿਆਂ ਨੂੰ ਕਬੂਲ ਕਰ ਜੋ ਅਸੀਂ ਤੈਨੂੰ ਚੜਾਉਂਦੇ ਹਾਂ। ਬਖਸ਼ ਦੇ ਕਿ ਪਾਕ ਯੂਕਰਿਸਤ ਦੀ ਕੁਰਬਾਨੀ ਜੋ ਤੇਰੇ ਜਲਾਲ ਦਾ ਐਲਾਨ ਕਰਦੀ ਹੈ, ਸਾਡੇ ਲਈ ਸਦੀਵੀ ਜੀ ਨਜਾਤ ਹਾਸਿਲ ਕਰੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੇ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਵੋ। ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਇਹ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ। ਮੁਕਤੀ ਪਾਉਣ ਦਾ ਰਾਹ ਹੈ।
ਕਿ ਅਸੀਂ ਅਰਵੇਲੇ ਤੇ ਅਰਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀ। ਸੰਤਾਂ ਦੇ ਰਾਹੀਂ ਤੇਰਾ ਹੀ ਜਲਾਲ ਜ਼ਾਹਿਰ ਹੁੰਦਾ ਹੈ, ਕਿਉਂ ਜੋ ਉਹਨਾਂ ਦੀ ਸ਼ਾਨ ਤੇਰੇ ਦਾਤਾ ਦਾ ਹੀ ਤਾਜ ਹੈ। ਧਰਤੀ ਉਤੇ ਉਹਨਾਂ ਦੇ ਜੀਵਨ ਰਾਹੀਂ ਤੂੰ ਸਾਨੂੰ ਨੇਕ ਨਮੂਨਾ ਦਿੰਦਾ ਹੈ। ਉਹਨਾਂ ਨਾਲ ਸਾਡੇ ਮੇਲ ਦੁਆਰਾ ਤੂੰ ਸਾਨੂੰ ਉਹਨਾਂ ਦੀ ਦੋਸਤੀ ਦਾ ਵਰਦਾਨ ਦਿੰਦਾ ਹੈ। ਕਲੀਸਿਆ ਲਈ ਉਹਨਾਂ ਦੀ ਪ੍ਰਾਰਥਨਾ ਰਾਹੀਂ ਤੂੰ ਸਾਨੂੰ ਤਾਕਤ ਅਤੇ ਸੁਰੱਖਿਆ ਦਿੰਦਾ ਹੈ। ਗਵਾਹ ਦੀ ਇਹ ਮਹਾਨ ਸੰਗਤ ਸਾਨੂੰ ਸ਼ੈਤਾਨ ਉਤੇ ਫਤਿਹ ਪਾਉਣ ਲਈ ਪ੍ਰੇਰਿਤ ਕਰਦੀ ਹੈ, ਤਾਂ ਜੋ ਅਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਉਹਨਾਂ ਦੇ ਸਦੀਵੀ ਮਹਿਮਾ ਦੇ ਇਨਾਮ ਵਿੱਚ ਹਿੱਸੇਦਾਰ ਹੋਈਏ। ਇਸ ਲਈ ਅਸੀਂ ਫਰਿਸ਼ਤਿਆਂ ਤੇ ਮਹਾਫਰਿਸ਼ਤਿਆਂ ਅਤੇ ਸਭ ਸੰਤਨੀਆਂ ਸਨੇ ਤੇਰੀ ਵਡਿਆਈ ਦਾ ਟੂਟ ਗੀਤ ਗਾਉਂਦੇ ਹੋਏ ਇਹ ਪੁਕਾਰਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉੱਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਤੇ ਆਉਂਦਾ ਹੈ। ਉੱਚਾਈਆਂ ਵਿੱਚ ਹੋਸਨਾ। ਇਹ ਪ੍ਰਭੂ ਤੂੰ ਸੱਚਮੁੱਚ ਪਾਕ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ, ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਿਆ ਲਈ ਸੌਂਪਦੇ ਹੋਏ ਰੋਟੀ ਲਈ ਖੁਦਾ ਬਾਪ ਨੂੰ ਧੰਨਵਾਦ ਕਰ ਦਿਆ, ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। इसी तरह भोजन करन तो बाद उसने प्याला लिया, एक बार फिर खुदा बाप ਨੂੰ ਧੰਨਵਾਦ ਕਰ ਦਿਆ, ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੀ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਏ ਪ੍ਰਭੂ, ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਸ ਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੇਰੇ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਅਲੀਮ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਚਲਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬਚੇ ਰਹੀਏ। ਇਹ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫ੍ਰਾਂਸਿਸ, ਇਸ ਡਾਇਸੀ ਦੇ ਸਰ ਸੰਚਾਲਕ ਬਿਸ਼ਪ ਐਗਲਨ ਰੂਫਿਨੋ ਗ੍ਰੇਸ਼ੀਅਸ ਅਤੇ ਸਾਰੇ ਪੁਰੋਹਿਤਾਂ ਨਾਲ ਪਿਆਰ ਦੀ ਸੰਪੂर्णता ਵਿੱਚ ਕਾਇਮ ਰੱਖੋ। आओ ਅਸੀਂ इस पाक योग में भाग लेते हुए हम अपने आप को, अपने परिवारजनों को, सारी कलीसिया की सारी दुनिया को खुदा के सामने समर्पित करें। खासतौर से जो लोग हमारे घरों परिवारों में बीमार हैं, जो लोग खुदा से दूर हैं, जो लोग इस संसार में पाप प्रलोभन में पड़कर अपना जीवन जो गंवा रहे हैं, गलत संबंध में जो लोग हैं, जो नशे में हैं, जो शराब में, उन सबको हम खुदा के सामने समर्पित करें। जो बच्चे अबॉर्शन के कारण मारे गए हैं, उनके लिए हम खुदा से माफ़ी मांगें। युद्ध की परिस्थितियों से हर कोई बचे, इसके लिए हम प्रार्थना करें, दुआ करें। कलीसिया के नवीनीकरण और दुनिया की शांति के लिए भी आवश्यक हम प्रार्थना करें, दुआ करें।
ਸਾਡੇ ਭੈਣ ਭਰਾਵਾਂ ਨੂੰ ਯਾਦ ਕਰ ਜਿਹੜੇ ਜੀ ਉਠਣ ਦੀ ਵਜ੍ਹਾ ਨਾਲ ਸੋ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨ ਵਿੱਚ ਸਵਾਗਤ ਕਰ। ਇਹ ਪ੍ਰਭੂ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰੇ ਉੱਤੇ ਦਿਆ ਕਰ, ਤਾਂ ਜੋ ਤਨ ਕੁਆਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਤਨ ਰਸੂਲ ਅਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀ ਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਇਹ ਪੂਰੀ ਕੁਦਰਤ ਵਾਲੇ ਬਾਪ ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਸਾਡੇ ਮੁਕਤਦਾਤੇ ਦੇ ਹੁਕਮ ਦੇ ਮੁਤਾਬਿਕ ਅਤੇ ਉਸ ਦੇ ਖੁਦਾਈ ਸਿੱਖਿਆ ਦੇ ਅਨੁਸਾਰ ਅਸੀਂ ਇਹ ਆਖਣ ਦੀ ਦਲੇਰੀ करते हाँ, दिल से विश्वास करते आप आपसे गलबात करें जो खुदा यीशु मसीह ने पवित्र आत्मा की शक्ति से हमें सिखाया है। ए साडे बाप जेड़ा आसमान ते है, तेरा नाम पाक मनिया जावे, तेरा राज आवे, तेरी मर्जी जिस तरह आसमान ते पूरी होती है जमीन ते भी होवे। साडे रोज दी रोटी आज सानू दे, साडे कसूर सानू माफ कर जिस तरह से अपने कसूरवारां नू माफ करदे हां, सानू आजमाइश विच ना पा सगों बुराई तो सानू बचा। ए प्रभु असी प्रार्थना करदे हां सब बुराई तो सानू बचा, आपने रहम नाल साडे दिनां विच शांति दे, तां जो तेरी दयादी मदद नाल असी हमेशा गुनाह तो मुक्त रही अते हर मुसीबत तो सुरक्षित रही। जीव मुबारक भी रखते हुए असी यीशु मसीह साडे मुक्तदाते दे आवन दी उडीक करदे हां, क्यों जो राज कुदरत ते जलाल युगो युग तेरा ही है। ए प्रभु यीशु मसीहा तू आपने रसूलां नू आखी मैं तुहानू शांति दिंदा हां, अपनी शांति मैं तुहानू प्रदान करदा हां। तू साडे गुनाह नू नहीं सगों अपनी कलीसिया दे ईमान नू वेख अते उसने अपनी मर्जी मुताबिक शांति अते एकता प्रदान कर। तुझे जीवंदा अते राज करदा है सदा तो सदा तीकर। आमीन। प्रभु दी शांति सदा तुहाडे नाल होवे अते तुहाडे नाल भी होवे। असी आपो विच शांति दा सलाम दी। ਐਲੇ ਖੁਦਾ ਦੇ ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐਲੇ ਖੁਦਾ ਦੇ ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐਲੇ ਖੁਦਾ ਦੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਬਦਲੇ ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। देखो खुदा दा लेला, इनू वेखो जिहड़ा संसार दे गुनाह चुक लेंदा है। तन हन ओ जीड़े बोझ लई सदे गए हन। ए प्रभु मैं इस योग्य नहीं हां कि तू मेरी छत ले आवे, पर एक ही शब्द नाल अते मेरी रूह चंगी हो जावेगी। ਯਿਸੂ ਦੇ ਦਰ ਉਤੇ आओ, यीशु दे दर उते आओ दिया आशीषां पाओ पाओ, ओ दिया
ਉਹ ਤੈਨੂੰ ਬਚਾਵੇਗਾ ਨਾਲੇ ਆਪ ਸੰਭਾਲੇਗਾ। ਉਹ ਤੈਨੂੰ ਬਚਾਵੇਗਾ ਨਾਲੇ ਆਪ ਸੰਭਾਲੇਗਾ। ਖਾਓ ਜੀਵਨ ਦੀ ਰੋਟੀ ਵਿੱਚੋਂ ਖਾਓ। ਖਾਓ ਜੀਵਨ ਦੀ ਰੋਟੀ ਵਿੱਚੋਂ ਖਾਓ। ਪੀਓ ਮੁਕਤੀ ਦੇ ਪਿਆਲੇ ਵਿੱਚੋਂ ਪੀਓ। ਪੀਓ ਮੁਕਤੀ ਦੇ ਪਿਆਲੇ ਵਿੱਚੋਂ ਪੀਓ। ਉਹ ਭੁੱਖ ਮਿਟਾਵੇਗਾ ਨਾਲੇ ਪਿਆਸ ਬੁਝਾਵੇਗਾ। ਉਹ ਭੁੱਖ ਮਿਟਾਵੇਗਾ ਨਾਲੇ ਪਿਆਸ ਬੁਝਾਵੇਗਾ। ਆਓ ਯੇਸੂ ਦੇ ਦਰ ਉੱਤੇ ਆਓ। ਆਓ ਯੇਸੂ ਦੇ ਦਰ ਉੱਤੇ ਆਓ। ਪ੍ਰਭੂ ਕਹਿੰਦਾ ਹੈ, ਵੇਖੋ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ, ਯੁਗਾਂ ਦੇ ਅੰਤ ਤੱਕ। ਸੰਤ ਮਤੀ ਦੀ ਅੰਜੀਲ 28 ਬਾਬ 20 ਐਤ। ਅਸੀਂ ਪ੍ਰਾਰਥਨਾ ਕਰੀਏ। ਇਹ ਪ੍ਰਭੂ ਆਪਣੇ ਅਲਤਾਰ ਤੋਂ ਆਪਣੇ ਬੋਝ ਵਿੱਚ ਤੂੰ ਸਾਨੂੰ ਸ਼ਰੀਕ ਬਣਾਇਆ ਹੈ। ਬਖਸ਼ ਦੇ ਕਿ ਇਹ ਸਾਨੂੰ ਸਦੀਵੀ ਬੋਝ ਲਈ ਤਿਆਰ ਕਰੇ, ਜਿਸ ਦੇ ਲਈ ਸੰਤ ਪੁਰੋਹਿਤ ਵਿੰਸੈਂਟ ਫੈਰਰ ਤੇਰੇ ਇਹਨਾਂ ਬੇਦਾਂ ਦੇ ਵਫਾਦਾਰ ਸੇਵਕ ਵਜੋਂ ਲਾਇਕ ਬਣ ਗਿਆ ਸੀ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੇ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾ ਬਾਪ ਅਤੇ ਬੇਟਾ ਅਤੇ ਰੂਹ ਪਾਕ ਤੁਹਾਨੂੰ ਬਰਕਤ ਦੇਵੇ। ਆਮੀਨ। ਪਾਕ ਕੁਰਬਾਨੀ ਚੜਾਈ ਗਈ, ਸ਼ਾਂਤੀ ਨਾਲ ਜਾਓ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ ਐ ਨਹਾਇਤ ਮਿਹਰਬਾਨ ਕੁਆਰੀ ਮਰੀਮ, ਭਈ ਕਦੀ ਇਹ ਨਹੀਂ ਸੁਣਿਆ ਗਿਆ ਕੋਈ ਵੀ ਤੇਰੀ ਪਨਾਹ ਲੱਭਦੇ ਹਾਂ, ਤੇਰੀ ਮਦਦ ਚਾਹੁੰਦੇ ਹਾਂ, ਤੇਰੀ ਸਿਫਾਰਿਸ਼ ਮੰਗਦੇ ਹਾਂ, ਤੇਥੋਂ ਖਾਲੀ ਗਿਆ ਹੋਵੇ। ਐ ਕੁਆਰੀਆਂ ਦੀ ਅਤੇ ਮੇਰੀ ਮਾਂ, ਮੈਂ ਇਸ ਤਸੱਲੀ ਨਾਲ ਤੇਰੇ ਕੋਲ ਨਸਾਂ ਆਉਂਦਾ ਹਾਂ। ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਐ ਦੇ ਤਾਰੇ ਹੋਏ ਕਲਾਮ ਦੀ ਮਾਂ, ਮੇਰੀ ਅਰਜ਼ਾਂ ਨੂੰ ਹਕੀਰ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ। ਆਮੀਨ। ਮਾਂ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। ਸਭੀ ਸੁਰਗੀ ਸੰਤਗਣ ਅਤੇ ਸਭੀ ਸੁਰਗੀ ਦੂਤਗਣ, ਸਾਡੇ ਲਈ ਦੁਆ ਕਰ। हालात भी रोक नहीं सकते मुझे तेरी परस्तिश करने को। हालात भी रोक नहीं सकते मुझे तेरी परस्तिश करने को। हालात भी रोक नहीं सकते मुझे तेरी परस्तिश करने को। हालात भी रोक नहीं सकते मुझे तेरी परस्तिश करने को। तू जो साथ खड़ा है खुदा, तू जो साथ खड़ा है खुदा, क्या जरूरत डरने को। हालात भी रोक नहीं सकते मुझे तेरी परस्तिश करने को। हालात भी रोक नहीं सकते मुझे तेरी परस्तिश करने को।